ਪਿਆਰੇ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਘਰੇਲੂ ਬਗੀਚਿਆਂ ਦੇ ਦਰਸ਼ਨ ਕਰਾਉਂਦੇ ਹਾਂ, ਭਾਵੇਂ ਉਹ ਘਰ ਦੇ ਆਲੇ ਦੁਆਲੇ ਲਾਈ ਹੋਵੇ, ਚਾਹੇ ਉਹ ਖੇਤ ਦੇ ਵਿੱਚ ਲਗਾਈ ਹੋਵੇ, ਜਿਹਦੇ ਵਿੱਚ ਜ਼ਿਆਦਾਤਰ ਸਾਨੂੰ ਸਬਜ਼ੀਆਂ ਹੀ ਦਿਖਾਈ ਦਿੰਦੀਆਂ ਨੇ। ਤੇ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਘਰੇਲੂ ਬਗੀਚੀ ਦੇ ਦਰਸ਼ਨ ਕਰਵਾ ਰਹੇ ਹਾਂ ਜਿਹਦੇ ਵਿੱਚ ਸਬਜ਼ੀਆਂ ਹੀ ਨਹੀਂ ਬਲਕਿ ਹਰ ਤਰ੍ਹਾਂ ਦਾ ਦਰਖਤ ਜਿਹੜਾ ਆਕਸੀਜਨ ਵੀ ਛੱਡਦਾ ਉਹ ਵੀ ਲਗਾਇਆ ਹੋਇਆ, ਨਾਲ ਸਾਰੇ ਮੈਡੀਸਨਲ ਪਲਾਂਟ ਵੀ ਲਗਾਏ ਹੋਏ ਆ। ਤੇ ਇਹੋ ਜਿਹਾ ਮਾਹੌਲ ਬਣਾਇਆ ਹੈ ਕਿ ਦੇਖ ਕੇ ਅੱਖਾਂ ਜਿਹੜੀਆਂ ਉਹ ਰੱਜਦੀਆਂ ਨਹੀਂ ਹੈਗੀਆਂ। ਸੋ ਮੇਰੀ ਮੁਰਾਦ ਹੈ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਫਗਵਾੜਾ ਬਲਾਕ ਹੈ, ਡਾਕਟਰ ਜੁਝਾਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ। ਮੇਰੇ ਨਾਲ ਹੀ ਬੈਠੇ ਨੇ ਡਾਕਟਰ ਜੁਝਾਰ ਸਿੰਘ ਜੀ। ਇਹਨਾਂ ਦੇ ਨਾਲ ਇਹਨਾਂ ਦੀ ਘਰੇਲੂ ਬਗੀਚੀ ਸੰਬੰਧੀ ਗੱਲਬਾਤ ਆਪਾਂ ਸਾਂਝੀ ਕਰਾਂਗੇ ਕਿ ਇਹਨਾਂ ਨੂੰ ਸ਼ੌਕ ਹੈ ਕਿੱਥੋਂ ਪਿਆ, ਕਿਸ ਤਰ੍ਹਾਂ ਦੀ ਇਹ ਘਰੇਲੂ ਬਗੀਚੀ ਇਹਨਾਂ ਨੇ ਲਗਾਈ ਹੈ। ਸੋ ਸਾਰੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਵਾਵਾਂਗੇ। ਸੋ ਡਾਕਟਰ ਜੁਝਾਰ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਦੇਖੋ, ਬੂਟੇ ਆਪਾਂ ਲਗਾ ਲੈਂਦੇ ਹਾਂ ਜੀ, ਉਹਨਾਂ ਨੂੰ ਸਾਂਭਣਾ ਬੜਾ ਔਖਾ ਜੀ। ਉਹ ਪਹਿਲਾਂ ਤੁਸੀਂ ਆਪਣੇ ਬਾਰੇ ਸਾਰਾ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਤੁਹਾਨੂੰ ਕਿੱਥੋਂ ਇਹ ਸ਼ੌਕ ਪਿਆ, ਕਿੱਥੋਂ ਕਿਹੜੀ ਤੁਸੀਂ ਪੜ੍ਹਾਈ ਕੀਤੀ ਹੈ, ਤੇ ਸਾਰਾ ਆਪਣੇ ਬਾਰੇ ਪਹਿਲਾਂ ਸਾਨੂੰ ਜਾਣਕਾਰੀ ਦਿਓ ਜੀ। ਇਹ ਜਿਹੜਾ ਸ਼ੌਂਕ ਮੈਨੂੰ ਪੈਦਾ ਹੋਇਆ, ਮੈਨੂੰ ਆਪਣੇ ਪਿਤਾ ਜੀ ਤੋਂ ਇਹ ਸ਼ੌਂਕ ਪੈਦਾ ਹੋਇਆ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਘਰਦਿਆਂ ਨੇ ਆਲਮੋਸਟ 5ਵੀਂ ਕਲਾਸ 'ਚ ਮੇਰੇ ਦਿਮਾਗ 'ਚ ਪਾ ਦਿੱਤਾ ਸੀ ਕਿ ਤੈਨੂੰ ਐਗਰੀਕਲਚਰ ਲਾਈਨ ਦੇ ਵਿੱਚ ਹੀ ਭੇਜਣਾ, ਤੈਨੂੰ ਕਿਸੇ ਹੋਰ ਲਾਈਨ 'ਚ ਨਹੀਂ ਭੇਜਣਾ। ਸੋ ਅਸੀਂ ਕਲੋਨੀ ਦੇ ਵਿੱਚ ਰਹਿੰਦੇ ਸੀ, ਜਿਹੜੇ ਪੇਰੈਂਟਸ ਸੀਗੇ ਬਿਜਲੀ ਬੋਰਡ 'ਚ ਇੰਜੀਨੀਅਰ ਰਿਟਾਇਰਡ ਨੇ। ਸੋ ਛੋਟੇ ਘਰਾਂ ਦੇ ਵਿੱਚ ਗਮਲੇ ਰੱਖਣ ਦਾ ਸ਼ੌਂਕ ਸੀ। ਸੋ ਉੱਥੋਂ ਇਹ ਸ਼ੌਂਕ ਸ਼ੁਰੂ ਹੋਇਆ। ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਇਹਨੂੰ ਹੋਰ ਵਧਾਈਏ। ਜਿਸ ਤਰ੍ਹਾਂ ਅੱਗੇ ਵਧਿਆ ਤੇ ਫਿਰ ਜਦੋਂ PhD ਕੀਤੀ ਫਲੋਰੀਕਲਚਰ ਲੈਂਡਸਕੇਪਿੰਗ ਦੇ ਵਿੱਚ, ਫਿਰ ਉਹ ਇੰਟਰਸਟ ਜਿਹੜਾ ਹੈ ਕੁਛ ਬਦਲ ਕੇ ਹੋਰ ਚੀਜ਼ਾਂ ਵੱਲ ਵੀ ਗਿਆ। BSc ਮੇਰੀ ਹਾਰਟੀਕਲਚਰ ਸੀ, ਇਸ ਕਰਕੇ ਫਰੂਟ ਵੈਜੀਟੇਬਲ ਇਹਨਾਂ ਨਾਲ ਵੀ ਲਗਾਓ ਸੀਗਾ। ਸੋ ਇੱਦਾਂ ਕਰਦਿਆਂ ਫੁੱਲ, ਸਬਜ਼ੀਆਂ ਤੇ ਫਲ ਇਹ ਤਿੰਨੋਂ ਹੀ ਮੇਰੇ ਨੇੜੇ ਹੋ ਗਏ। ਸੋ ਇਹਦੇ ਵਿੱਚੋਂ ਕਿਸੇ ਨੂੰ ਵੀ ਛੱਡਣ ਨੂੰ ਮੇਰਾ ਜੀਅ ਨਹੀਂ ਕਰਦਾ ਸੀ। ਸੋ ਇਸ ਕਰਕੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਛੱਤ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ। ਦੇਖੋ ਕਿਸਾਨ ਵੀਰੋ, ਪੜ੍ਹਾਈ ਵੀ ਉਹੋ ਜਿਹੀ ਜਿਹਨੂੰ ਪ੍ਰੈਕਟੀਕਲੀ ਆਪਣੇ ਘਰ ਦੇ ਵਿੱਚ ਇਹਨਾਂ ਨੇ ਅਪਣਾਇਆ ਹੋਇਆ। ਸੋ ਹਰ ਤਰ੍ਹਾਂ ਦਾ ਬੂਟਾ, ਹਰ ਤਰ੍ਹਾਂ ਦਾ ਫਲਦਾਰ ਬੂਟਾ, ਹਰ ਤਰ੍ਹਾਂ ਦਾ ਆਕਸੀਜਨ ਛੱਡਣ ਵਾਲਾ ਬੂਟਾ ਤੇ ਹਰ ਤਰ੍ਹਾਂ ਦਾ ਕੈਕਟਸ ਉਹ ਵੀ ਇਹਨਾਂ ਨੇ ਆਪਣੇ ਇੱਥੇ ਲਗਾਏ ਹੋਏ ਨੇ। ਸੋ ਆਪਾਂ ਗੱਲ ਕਰੀਏ ਵੀ ਫਿਰ ਸਭ ਤੋਂ ਪਹਿਲਾਂ ਤੁਸੀਂ ਕਿੰਨੇ ਕੁ ਕੰਮ ਤੋਂ ਇਹ ਸ਼ੁਰੂ ਕੀਤਾ ਤੇ ਕਿਵੇਂ ਤੁਸੀਂ ਫਿਰ ਹੌਲੀ ਵੱਧਦੇ ਗਏ? ਸ਼ੁਰੂ ਦੇ ਵਿੱਚ ਅਸੀਂ ਜਦੋਂ ਪੌਦੇ ਲਾਏ ਨੇ ਤਾਂ ਜ਼ਿਆਦਾਤਰ ਸਜਾਵਟੀ ਲਾਏ ਸੀ। ਜ਼ਿਆਦਾਤਰ ਜਿਹੜਾ ਕੰਮ ਅਸੀਂ ਵਧਾਇਆ ਉਹ ਵਧਾਇਆ ਲੋਕਡਾਊਨ ਦੇ ਵਿੱਚ। ਹੋਇਆ ਕੀ ਹੈ ਕਿ ਘਰ ਦੇ ਵਿੱਚ ਜਦੋਂ ਅਸੀਂ ਰਹਿੰਦੇ ਸੀ ਤਾਂ ਇੱਕ ਮੈਨੂੰ ਇਹ ਵੀ ਡਰ ਸੀ ਕਿ ਸਾਰੇ ਡਿਪਰੈਸ਼ਨ 'ਚ ਨਾ ਚਲੇ ਜਾਣ, ਕਿਉਂਕਿ ਜ਼ਿਆਦਾਤਰ ਤੁਸੀਂ ਦੇਖਿਆ ਲੋਕਡਾਊਨ ਦੇ ਵਿੱਚ ਲੋਕੀ ਡਿਪਰੈਸ਼ਨ 'ਚ ਚਲੇ ਗਏ ਨੇ। ਸੋ ਬਚਪਨ ਦੇ ਵਿੱਚ ਕੀ ਸੀ ਕਿ ਬਿਜਲੀ ਬੋਰਡ 'ਚ ਜਿੱਦਾਂ ਮੈਂ ਦੱਸਿਆ ਕਿ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ, ਤਾਂ ਅਸੀਂ ਸਕੂਲ ਤੋਂ ਜਦੋਂ ਆਉਣਾ ਤਾਂ ਮੀਟਰਾਂ ਦੇ ਡੱਬੇ ਹੁੰਦੇ ਸੀ ਥਰਮਾਕੋਲ ਦੇ, ਉਹ ਸਿੱਟੇ ਹੁੰਦੇ ਸੀ, ਅਸੀਂ ਚੱਕ ਕੇ ਲਿਆਣੇ, ਉਹਦੇ ਵਿੱਚ ਗਮਲੇ ਉਹਦੇ ਵਿੱਚ ਬੂਟੇ ਲਾਣੇ। ਸੋ ਸਾਨੂੰ ਲੱਗਿਆ ਕਿ ਜੇ ਇਹਨੂੰ ਵੱਡੇ ਦੇ ਵਿੱਚ ਅਸੀਂ ਸਬਜ਼ੀਆਂ ਟਰਾਈ ਕਰੀਏ ਤਾਂ ਕਿਸ ਤਰ੍ਹਾਂ ਰਹਿਣਗੀਆਂ, ਕਿਉਂਕਿ ਥਰਮਾਕੋਲ ਮੈਂ ਜਦੋਂ ਵੀ ਦੇਖਦਾ ਤਾਂ ਉਹ ਵੇਸਟ ਡਿੱਗਿਆ ਪਿਆ, ਕਿਤੇ ਨਾਲੀਆਂ ਚੌਕ ਕਰ ਰਿਹਾ, ਕਿਤੇ ਮਤਲਬ ਸਾਡੇ ਇਨਵਾਇਰਮੈਂਟ ਨੂੰ ਖਰਾਬ ਕਰ ਰਿਹਾ। ਸੋ ਉੱਥੇ ਸਾਨੂੰ ਇਹ ਲੱਗਿਆ ਕਿ ਜੇ ਇਹਦੇ ਵਿੱਚ ਵੈਜੀਟੇਬਲਸ ਅਸੀਂ ਟਰਾਈ ਕਰੀਏ ਤਾਂ ਹੋ ਸਕਦਾ ਕਿ ਵਧੀਆ ਪ੍ਰੋਡਕਸ਼ਨ ਹੋਵੇ। ਸੋ ਪਹਿਲੀ ਵਾਰ ਗਰਮੀਆਂ ਦੇ ਵਿੱਚ ਜਦੋਂ ਅਸੀਂ ਇਹ ਵੈਜੀਟੇਬਲਸ ਲਗਾਈਆਂ, ਸੋ ਉਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਵੇਲਾਂ ਵਾਲੀਆਂ ਸਬਜ਼ੀਆਂ ਉਹ ਵੀ ਲਾਈਆਂ। ਉਹਦੇ ਵਿੱਚ ਸਭ ਤੋਂ ਵਧੀਆ, ਜੇ ਤੁਸੀਂ ਸਨੇਕ ਗੋਡ ਦੀਆਂ ਉਸ ਟਾਈਮ ਦੀਆਂ ਫੋਟੋਗ੍ਰਾਫਸ ਦੇਖੋ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਸਨੇਕ ਗੋਡ ਨਾਲ ਭਰੀਆਂ ਪਈਆਂ ਨੇ ਵੇਲਾਂ। ਸੋ ਸਾਨੂੰ ਲੱਗਿਆ ਕਿ ਨਹੀਂ, ਵੈਜੀਟੇਬਲਸ ਬਹੁਤ ਵਧੀਆ ਹੋ ਸਕਦੀਆਂ ਨੇ, ਸੋ ਸਾਨੂੰ ਟਰਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਲਈ ਜਿਹੜੀ ਸਬਜ਼ੀ ਆ ਉਹ ਆਪਣੇ ਘਰੋਂ ਕੱਢਣੀ ਚਾਹੀਦੀ ਹੈ। ਜੀ, ਕਹਿਣ ਦਾ ਭਾਵ ਇਹ ਹੈ ਕਿ ਬਹੁਤੀਆਂ ਵੱਡੀਆਂ ਸਬਜ਼ੀਆਂ ਤਾਂ ਚਲੋ ਨਹੀਂ ਅਸੀਂ ਘਰ ਦੇ ਵਿੱਚ ਲਗਾ ਸਕਦੇ, ਅਸੀਂ ਜਿਹੜੀਆਂ ਛੋਟੇ ਪੱਧਰ 'ਤੇ ਅਸੀਂ ਘਰੇਲੂ ਵਰਤੋਂ ਦੇ ਵਿੱਚ ਲਿਆਉਂਦੇ ਹਾਂ ਸਬਜ਼ੀ ਦੇ ਵਿੱਚ, ਜਿਵੇਂ ਧਨੀਆ ਹੋ ਗਿਆ, ਮੇਥੀ ਹੋਇਆ, ਪਾਲਕ ਹੋਈ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘੱਟ ਵਰਤੋਂ ਦੇ ਵਿੱਚ ਆਉਂਦੀਆਂ ਨੇ, ਹਰ ਸਬਜ਼ੀ 'ਚ ਪੈਂਦੀਆਂ ਨੇ, ਅਸੀਂ ਉਹ ਜ਼ਰੂਰ ਘਰ ਦੇ ਵਿੱਚ ਲਗਾ ਸਕਦੇ ਹਾਂ। ਡਾਕਟਰ ਸਾਹਿਬ ਨੇ ਉੱਥੋਂ ਸ਼ੁਰੂਆਤ ਕੀਤੀ ਹੈ
ਲਾਕਡਾਊਨ ਦੇ ਵਿੱਚ ਕੀਤੀ ਹੈ। ਮੈਨੂੰ ਲੱਗਦਾ ਡਾਕਟਰ ਸਾਹਿਬ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਇਨਸਾਨ ਨੇ ਜਿਨ੍ਹਾਂ ਨੇ ਲਾਕਡਾਊਨ ਦੇ ਵਿੱਚ ਇਹੋ ਜਿਹਾ ਕੰਮ ਸ਼ੁਰੂ ਕੀਤਾ। ਬਿਲਕੁਲ ਸਰ। ਅੱਛੀ ਗੱਲ ਸੀ, ਵਿਹਲੇ ਸੀ ਘਰ ਦੇ ਵਿੱਚ, ਮਨ ਵੀ ਨਹੀਂ ਸੀ ਲੱਗਦਾ, ਸੋ ਗਮਲੇ ਲਿਆ ਕੇ ਤੁਸੀਂ ਇਹਨਾਂ ਦੇ ਨਾਲ ਪਿਆਰ ਪਾਇਆ, ਇਹ ਸਭ ਤੋਂ ਬਹੁਤ ਵੱਡੀ ਗੱਲ ਕੀਤੀ ਹੈ, ਕਿਉਂਕਿ ਇਹਦੇ ਨਾਲ ਜਿਹੜਾ ਮਨ ਹੈ ਤਰੋਤਾਜ਼ਾ ਰਹਿੰਦਾ। ਅਸੀਂ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਵੜੇ ਨਾ, ਅੰਦਰ ਗ੍ਰੀਨਰੀ ਦੇਖ ਕੇ ਬਹੁਤ ਅਸੀਂ ਖੁਸ਼ੀ ਮਹਿਸੂਸ ਕੀਤੀ, ਬਹੁਤ ਵਧੀਆ ਮਹਿਸੂਸ ਕੀਤਾ, ਮਨ ਪ੍ਰਸੰਨ ਹੋ ਗਿਆ। ਸੋ ਆਪਾਂ ਗੱਲ ਕਰੀਏ ਅੱਗੇ ਵੀ ਕਿੰਨੇ ਕੁ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਕਿੱਥੇ ਕੁ ਖੜਾ ਤੁਹਾਡਾ ਇਹ ਕੰਮ? ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਅਸੀਂ ਸਿਰਫ ਜ਼ਰੂਰਤਮੰਦ ਚੀਜ਼ਾਂ ਲਗਾਈਆਂ, ਸ਼ੌਂਕ ਨੂੰ ਹਜੇ ਥੋੜਾ ਜਿਹਾ ਸਾਈਡ ਰੱਖਿਆ ਗਿਆ ਸੀ। ਨੋ ਡਾਊਟ ਕਿ ਜਿਹੜੇ ਬੌਨਸਾਈ ਤੁਸੀਂ ਦੇਖ ਰਹੇ ਨੇ ਉਹ ਕਾਫੀ ਪੁਰਾਣੇ ਅਸੀਂ ਰੱਖੇ ਹੋਏ ਨੇ, ਔਰ ਫਾਦਰ ਸਾਹਿਬ ਨੇ ਤਿਆਰ ਕਰਨੇ ਸ਼ੁਰੂ ਕੀਤੇ ਸੀ। ਸੋ ਆਲਮੋਸਟ ਤੁਹਾਨੂੰ ਜਿਹੜੇ ਬੋਰਡ ਦੇਖਣਗੇ ਉਹ 30 ਤੋਂ 35 ਸਾਲ ਪੁਰਾਣੇ ਨੇ। ਅੱਛਾ। ਸੋ ਇਹ ਕਟਿੰਗ ਕਰ ਕਰਕੇ ਇਹਨੇ ਰੱਖੇ ਗਏ ਨੇ। ਇਹਨਾਂ ਦੀ ਉਮਰ ਤੁਹਾਨੂੰ ਇਹਨਾਂ ਦੀਆਂ ਜੜ੍ਹਾਂ ਤੋਂ ਪਤਾ ਲੱਗ ਜਾਏਗੀ। ਔਰ ਜਿਹੜੇ ਬੌਨਸਾਈ ਨੇ ਇਹਨਾਂ ਦੀ ਕਟਿੰਗ ਕਰਕੇ ਅਸੀਂ ਮੇਨਟੇਨ ਕੀਤੇ। ਨੋ ਡਾਊਟ ਮੇਰੀ ਪੜ੍ਹਾਈ ਵੀ ਇਹ ਸੀ, ਇਹ ਕੁਝ ਅਸੀਂ ਸਿੱਖਿਆ ਵੀ ਤੇ ਫਿਰ ਇਹਨੂੰ ਵਧਾਉਣਾ ਸ਼ੁਰੂ ਕੀਤਾ। ਕਿਸੇ ਕੰਪੀਟੀਸ਼ਨ 'ਚ ਗਿਆ ਤੇ ਉੱਥੇ ਮੇਰੇ ਜਿੰਨੇ ਬੌਨਸਾਈ ਸੀ ਉਹਨਾਂ ਸਾਰਿਆਂ ਨੂੰ ਪ੍ਰਾਈਜ਼ ਮਿਲੇ। ਹੋਰ ਜਿੰਨੇ ਸੈਗਮੈਂਟ ਦੇ ਵਿੱਚ ਲੋਕਾਂ ਨੇ ਬੌਨਸਾਈ ਰੱਖੇ ਸਾਰੇ ਰਿਜੈਕਟ ਹੋ ਗਏ। ਸੋ ਫਿਰ ਮੈਨੂੰ ਲੱਗਿਆ ਕਿ ਨਹੀਂ, ਇਸ ਲਾਈਨ ਨੂੰ ਵੀ ਵਧਾਉਣਾ ਚਾਹੀਦਾ। ਸੋ ਬੌਨਸਾਈ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਤਾਂ ਜੈਪਨੀਜ਼ ਲੋਕ ਇਹਨੂੰ ਆਪਣੇ ਘਰਾਂ ਦੇ ਬਾਹਰ ਲਗਾਉਂਦੇ ਨੇ, ਔਰ ਇਹਨੂੰ ਇੱਕ ਕਹਿ ਲਓ ਕਿ ਗੁੱਡ ਲੱਕ ਦਾ ਸਿੰਬਲ ਸਮਝਦੇ ਨੇ, ਸਿੰਬਲ ਸਮਝਦੇ ਨੇ। ਸੋ ਮੈਨੂੰ ਵੀ ਲੱਗਿਆ ਕਿ ਜੇ ਇਹ ਇੰਨੀ ਕੁ ਡਿਮਾਂਡ ਹੈ ਔਰ ਲੋਕਾਂ ਨੂੰ ਮੇਰੇ ਪਸੰਦ ਆ ਰਹੇ ਨੇ ਤਾਂ ਮੈਨੂੰ ਬਣਾਉਣੇ ਚਾਹੀਦੇ ਨੇ। ਫਿਰ ਅਸੀਂ ਇਹਨੂੰ ਇਨਕਰੀਜ਼ ਕਰਨਾ ਸ਼ੁਰੂ ਕੀਤਾ। ਸੋ ਤੁਹਾਡੇ ਘਰ ਦੇ ਵਿੱਚ ਪਏ ਬੌਨਸਾਈ, ਕਿਸਾਨ ਵੀਰੋ, ਬੌਨਸਾਈ ਦਾ ਮਤਲਬ ਇਹ ਹੈ ਕਿ ਬਹੁਤ ਮਤਲਬ ਬੜਾ ਪੇੜ ਜਿਹੜਾ ਹੋ ਜਾਂਦਾ, ਬੜਾ ਦਰਖਤ ਹੋ ਜਾਂਦਾ। ਬੋੜ ਜਾਂ ਕਹਿ ਲਈਏ ਅਸੀਂ ਪਿਲਕਣ ਕਹਿ ਲਈਏ ਜਾਂ ਅਸੀਂ ਪਿੱਪਲ ਕਹਿ ਲਈਏ, ਬਹੁਤ ਵੱਡੇ ਦਰਖਤ ਨੇ। ਇਹਨਾਂ ਨੂੰ ਗਮਲਿਆਂ ਦੇ ਵਿੱਚ ਲਾ ਕੇ ਨਾ 30 ਸਾਲ ਉਹਨੂੰ ਜਿਉਂਦੇ ਰੱਖਣਾ, ਉਹਨੂੰ ਚੱਲਦਾ ਰੱਖਣਾ ਬੂਟੇ ਨੂੰ, ਬਹੁਤ ਬੜੀ ਗੱਲ ਹੈ। ਅਸੀਂ ਤੁਹਾਨੂੰ ਇਹ ਬੌਨਸਾਈ ਦਿਖਾ ਵੀ ਰਹੇ ਹਾਂ। ਬਹੁਤ ਅੱਛਾ ਇਹਨਾਂ ਨੇ ਮੇਨਟੇਨ ਕੀਤਾ ਹੋਇਆ, ਕਿਉਂਕਿ ਹਰ ਘਰ ਦੇ ਵਿੱਚ ਜੇ ਇਹ ਚੀਜ਼ਾਂ ਹੋਣ ਤਾਂ ਮਨ ਤਰੋਤਾਜ਼ਾ ਆਪਣੇ ਆਪ ਹੀ ਰਹਿੰਦਾ ਆ। ਅੱਧੀਆਂ ਤਾਂ ਮੈਨੂੰ ਲੱਗਦਾ ਡਾਕਟਰ ਸਾਹਿਬ ਬਿਮਾਰੀਆਂ ਇਹਨਾਂ ਚੀਜ਼ਾਂ ਨਾਲ ਹੀ ਦੂਰ ਹੋ ਜਾਂਦੀਆਂ ਨੇ, ਜੇ ਅਸੀਂ ਹਰ ਵਕਤ ਗ੍ਰੀਨਰੀ ਦੇਖਦੇ ਹਾਂ। ਸਾਡੇ ਅੱਖਾਂ ਨੂੰ ਨਾ ਗ੍ਰੀਨਰੀ ਜੇ ਅਸੀਂ ਦੇਖਦੇ ਰਹਿੰਦੇ ਹਾਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਨਹੀਂ ਲੱਗਦੀਆਂ ਤੇ ਆਪਣੇ ਆਪ ਹੀ ਬੰਦਾ ਤੰਦਰੁਸਤ ਰਹਿੰਦਾ ਆ। ਸੋ ਡਾਕਟਰ ਸਾਹਿਬ ਗੱਲ ਕਰੀਏ ਆਪਾਂ, ਇਹ ਬੂਟੇ ਫਿਰ ਤੁਸੀਂ ਕਿੱਥੋਂ ਲਿਆਉਂਦੇ ਹੋ ਤੇ ਕਿਵੇਂ ਫਿਰ ਇਹਨਾਂ ਨੂੰ ਪਲਾਂਟ ਕਰਦੇ ਹੋ? ਜ਼ਿਆਦਾਤਰ ਬੂਟੇ ਜਿਹੜੇ ਉਹ ਕਿੱਥੋਂ ਲੈ ਕੇ ਆਉਂਦੇ ਜਾਂਦੇ ਆ? ਇਹਦੇ ਵਿੱਚ ਜਿਹੜੇ ਫਲ, ਸਬਜ਼ੀਆਂ ਤੇ ਫੁੱਲਦਾਰ ਬੂਟੇ ਨੇ ਜੀ, ਅਸੀਂ ਕਹੀਏ ਕਿ ਇੱਕ ਜਗ੍ਹਾ ਤੋਂ ਮਿਲ ਜਾਣਗੇ ਤਾਂ ਉਹ ਪੋਸੀਬਲ ਨਹੀਂ ਹੈ। ਸੋ ਜਿਹੜੇ ਮੈਡੀਸਨਲ ਪਲਾਂਟਸ ਨੇ, ਜ਼ਿਆਦਾਤਰ ਮੇਰੀ ਆਪਣੀ ਜਿਹੜੀ ਯੂਨੀਵਰਸਿਟੀ ਹੈ ਸੋਲਨ ਜਾਂ ਉਹਦੇ ਨਾਲ ਆਸ-ਪਾਸ ਦੇ ਏਰੀਆ ਮੈਂ ਉੱਥੋਂ ਕਲੈਕਟ ਕੀਤੇ ਨੇ। ਜਿੱਥੇ ਤੱਕ ਫੁੱਲਾਂ ਦੀ ਗੱਲ ਹੈ ਤਾਂ ਅਲੱਗ-ਅਲੱਗ ਨਰਸਰੀਆਂ ਜਦੋਂ ਮੈਂ ਵਿਜ਼ਿਟ ਕਰਦਾ, ਉੱਥੋਂ ਜਿਹੜਾ ਮੈਨੂੰ ਪਸੰਦ ਲੱਗਦਾ ਉਹ ਫਿਰ ਮੈਂ ਲੈ ਲੈਂਦਾ। ਸਬਜ਼ੀਆਂ ਜੀ ਜਿੱਥੇ ਤੱਕ ਗੱਲ ਹੈ ਤਾਂ ਜਿਹੜੇ ਸਾਡੇ ਕਿਸਾਨ ਭਰਾ ਨੇ ਜਾਂ ਘਰੇਲੂ ਬਗੀਚੀ ਦੇ ਸ਼ੌਕੀਨ ਨੇ, ਉਹ ਦੋ ਤਰ੍ਹਾਂ ਦੇ ਕੰਮ ਕਰ ਸਕਦੇ ਨੇ। ਇੱਕ ਤਾਂ ਹਾਰਟੀਕਲਚਰ ਡਿਪਾਰਟਮੈਂਟ ਦੀ ਕਿੱਟ ਆਉਂਦੀ ਹੈ ਛੋਟੀ, ਸੋ 80 ਰੁਪਏ ਦੀ ਕਿੱਟ ਹੈ, ਉਹਨੂੰ ਅਸੀਂ ਘਰ ਦੇ ਵਿੱਚ ਘਰੇਲੂ ਬਗੀਚੀ ਲਈ ਵਰਤ ਸਕਦੇ ਹਾਂ। ਦੂਜਾ PIU ਲੁਧਿਆਣਾ ਵੱਲੋਂ ਵੀ ਜਿਹੜੀਆਂ ਇਹ ਕਿੱਟਾਂ ਤਿਆਰ ਕੀਤੀਆਂ ਗਈਆਂ ਨੇ, ਔਰ ਆਲਮੋਸਟ 100 ਰੁਪਏ ਦੀ ਕਿੱਟ ਹੈ। ਉਹਦੇ ਵਿੱਚ ਥੋੜਾ ਜਿਹੜਾ ਹੈਗਾ ਕੁਆਲਿਟੀ ਸੀਡ ਦੀ 10 ਬੀਜ ਹੁੰਦੇ ਉਹਦੇ ਵਿੱਚ। ਹਾਂ, ਤੇ ਉਹ ਜਿਹੜਾ ਹੈਗਾ ਆ ਤੁਸੀਂ ਜੇ ਲਗਾਉਂਦੇ ਹੋ ਤਾਂ ਉਹਦੇ ਨਾਲ ਵੀ ਤੁਸੀਂ ਆਪਣੀ ਘਰੇਲੂ ਬਗੀਚੀ ਜਿਹੜੀ ਆ ਉਹ ਤਿਆਰ ਕਰ ਸਕਦੇ ਹੋ। ਸੋ ਇਸ ਤਰ੍ਹਾਂ ਅਗਰ ਅਸੀਂ ਟੋਟਲ ਦੇਖੀਏ ਤਾਂ ਇਹ ਕੋਈ ਜ਼ਿਆਦਾ ਵੱਡਾ ਜਾਂ ਜ਼ਿਆਦਾ ਲੰਬਾ ਚੌੜਾ ਖਰਚੇ ਵਾਲਾ ਕੰਮ ਨਹੀਂ ਹੈ, ਪਰ ਇਹ ਹੈ ਕਿ ਅਸੀਂ ਆਪਣਾ ਕਾਫੀ ਖਰਚਾ ਤੇ ਆਪਣਾ ਟਾਈਮ ਸਹੀ ਜਗ੍ਹਾ ਤੇ ਲਗਾ ਸਕਦੇ। ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਜਾਂ ਬਾਗਬਾਨੀ ਵਿਭਾਗ ਦੀ ਸਬਜ਼ੀਆਂ ਦੀ ਕਿੱਟ ਆਉਂਦੀ ਆ, ਜਿਹੜੀ ਲੈ ਕੇ ਅਸੀਂ ਆਪਣੇ ਘਰ ਦੇ ਲਈ ਜੀ ਘੱਟੋ ਘੱਟ 5 ਜੀਆਂ ਦੇ ਲਈ ਉਹ ਸਬਜ਼ੀ ਕਾਫੀ ਹੁੰਦੀ ਆ, ਉਹ ਬੀਜ ਆ ਜਿਹੜੇ ਕਾਫੀ ਹੁੰਦੇ ਆ। ਸੋ ਡਾਕਟਰ ਸਾਹਿਬ ਦੇਖੋ, ਤੁਹਾਡੀ ਬੈਕਗਰਾਉਂਡ ਸੀਗੀ, ਤੁਸੀਂ ਇਹ ਐਗਰੀਕਲਚਰ ਪੜ੍ਹੇ ਹੋ, ਖੇਤੀਬਾੜੀ ਕੀਤੀ ਹੈ, ਤੇ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਨੇ ਨਾ ਤਾਂ ਉਹਨਾਂ ਕੋਲ ਸਮਾਂ ਹੁੰਦਾ ਤੇ ਨਾ ਬਹੁਤਾ ਉਹਨਾਂ ਦੇ ਕੋਲ ਟ੍ਰੇਨਿੰਗ ਹੁੰਦੀ ਹੈ ਵੀ ਕਿੱਦਾਂ ਕਿਹੜੇ ਬੂਟੇ ਨੂੰ ਕਿਸ ਤਰ੍ਹਾਂ ਸਧਾਉਣਾ, ਕਿਹੜੇ ਵੇਲੇ ਕਟਿੰਗ ਕਰਨੀ ਆ। ਸੋ ਜੇ ਆਪਾਂ ਕਿਸਾਨ ਵੀਰਾਂ ਨੂੰ ਕਹੀਏ ਵੀ ਇਹੋ ਜਿਹੀ ਘਰੇਲੂ ਬਗੀਚੀ ਤੁਹਾਡੇ ਵਰਗੀ ਘਰ ਦੇ ਵਿੱਚ ਲਾ ਲੈਣ, ਮੈਨੂੰ ਲੱਗਦਾ ਪੋਸੀਬਲ ਨਹੀਂ। ਕੋਈ ਟਿਪਸ ਦੇਣਾ ਚਾਹੋਗੇ ਉਹਨਾਂ ਨੂੰ? ਪਹਿਲਾਂ ਤਾਂ ਛੱਤ ਦੇ ਉੱਤੇ ਅਸੀਂ ਜਦੋਂ ਸਬਜ਼ੀਆਂ ਲਗਾਉਣੀਆਂ ਤਾਂ ਗਮਲੇ ਜਾਂ ਫਿਰ ਜਿਹਦੇ ਵਿੱਚ ਲਗਾਉਣੀ ਆ ਉਹ ਇਸ ਤਰ੍ਹਾਂ ਦਾ ਮਟੀਰੀਅਲ ਹੋਣਾ ਚਾਹੀਦਾ ਜਿਹੜਾ ਹਲਕਾ ਹੋਵੇ। ਅੱਛਾ ਜੀ।
ਕਿਉਂਕਿ ਜੇ ਭਾਰਾ ਹੋਇਆ ਉਹਦਾ ਸਾਰਾ ਭਾਰ ਸਾਡੀ ਛੱਤ ਦੇ ਪਵੇ ਉੱਤੇ ਪਊਗਾ। ਬਿਲਕੁਲ। ਇਸੇ ਕਰਕੇ ਅਸੀਂ ਥਰਮਾਕੋਲ ਨੂੰ ਸਿਲੈਕਟ ਕੀਤਾ, ਬਹੁਤ ਹਲਕਾ ਹੈ। ਹੁਣ ਦੂਜੀ ਚੀਜ਼ ਸੀ ਕਿ ਉਹਦੇ ਵਿੱਚ ਜਿਹੜਾ ਮਿੱਟੀ ਪਾਣੀ ਹੈ ਉਹ ਵੀ ਭਾਰੀ ਹੋਏਗੀ, ਸੋ ਉਹਨੂੰ ਹਲਕਾ ਕਰਨ ਲਈ ਅਸੀਂ ਕੀ ਕੀਤਾ ਕਿ ਜਿਹੜਾ ਆਲਮੋਸਟ 4 ਸਾਲ ਪੁਰਾਣਾ ਗਲਿਆ ਸੜਿਆ ਗੋਹਾ ਹੈ, ਇੱਕ ਤਾਂ ਹਲਕਾ ਹੈ, ਇੱਕ ਨਿਊਟ੍ਰੀਸ਼ਨ ਜ਼ਿਆਦਾ ਹੈ ਉਹਦੇ ਵਿੱਚ, ਉਹਨੂੰ ਪੂਰੇ ਦੇ ਪੂਰੇ ਨੂੰ ਡੱਬੇ ਦੇ ਵਿੱਚ ਭਰ ਲਿਆ। ਹੁਣ ਉਹਦੇ ਵਿੱਚ ਜਿਹੜੀਆਂ ਅਸਲੀ ਫਸਲਾਂ ਲਗਾਈਆਂ ਉਹਨਾਂ ਦੀ ਪੈਦਾਵਾਰ ਬਾਕੀਆਂ ਨਾਲੋਂ ਬਿਲਕੁਲ ਡਿਫਰੈਂਟ ਹੋਏਗੀ। ਦੂਜੀ ਚੀਜ਼ ਜਿਹੜੀ ਅਸੀਂ ਧਿਆਨ ਰੱਖੀ ਕਿ ਵੈਰਾਈਟੀਆਂ, ਜਿਵੇਂ ਤੁਸੀਂ ਨਿੰਬੂ ਦੇਖ ਰਹੇ ਹੋ, ਇਹ ਨਿੰਬੂ ਜਿਹੜੀ ਹੈ ਵੈਰਾਈਟੀ ਕੁੰਭਕਾਠ ਹੈ, ਸੋ ਇਹ ਡਵਾਰਫ ਵੀ ਰਹਿੰਦੀ ਹੈ, ਇਹਨੂੰ ਫਲ ਵੀ ਆਉਂਦਾ ਹੈ ਔਰ ਜ਼ਿਆਦਾਤਰ ਗਮਲੇ ਦੇ ਵਿੱਚ ਵੀ ਫਰੂਟ ਦੇ ਜਾਂਦੀ ਹੈ। ਇਸੇ ਤਰ੍ਹਾਂ ਇੱਕ ਪੌਦਾ ਤੁਸੀਂ ਅੰਬ ਦਾ ਦੇਖ ਰਹੇ ਹੋ, ਉਹ ਸਦਾ ਬਹਾਰ ਅੰਬ ਹੈ ਔਰ ਇਸ ਵਕਤ ਤੁਸੀਂ ਦੇਖ ਰਹੇ ਹੋ ਜਦੋਂ ਜਨਵਰੀ ਫਰਵਰੀ ਦਾ ਮਹੀਨਾ ਚੱਲ ਰਿਹਾ ਤਾਂ ਉਹਨੂੰ ਅੰਬੀਆਂ ਲੱਗੀਆਂ ਹੋਈਆਂ ਨੇ, ਸੋ ਜਦੋਂ ਕਿ ਉਹ ਅੰਬੀਆਂ ਇਸ ਵਕਤ ਨਹੀਂ ਮੌਸਮ, ਸੋ ਵੈਰਾਈਟੀ ਸਿਲੈਕਸ਼ਨ ਦਾ ਵੀ ਧਿਆਨ ਰੱਖਿਆ ਸੀ। ਇਸੇ ਤਰ੍ਹਾਂ ਆੜੂ ਲਗਾਇਆ ਹੋਇਆ ਹੈ, ਇਹਨੂੰ ਹੁਣ ਜਦੋਂ ਤੁਸੀਂ ਦੇਖੋਗੇ ਮਾਰਚ ਦੇ ਵਿੱਚ ਤਾਂ ਇਹਦੇ ਵਿੱਚ ਫੁੱਲ ਆਏ ਹੋਣਗੇ, ਫਿਰ ਫਲ ਬਣਨਗੇ। ਸੋ ਕੋਸ਼ਿਸ਼ ਇਹ ਕੀਤੀ ਹੈ ਕਿ ਉਹ ਚੀਜ਼ਾਂ ਅਸੀਂ ਲਾਈਏ। ਇਸ ਤੋਂ ਬਿਨਾਂ ਮੈਡੀਸਨਲ ਪਲਾਂਟਸ ਉਹ ਲਾਏ ਨੇ ਜਿਹੜੇ ਰੂਟੀਨ 'ਚ ਸਾਡੇ ਯੂਜ਼ ਹੁੰਦੇ ਨੇ, ਜਿਵੇਂ ਤੁਸੀਂ ਅਜਵਾਇਣ ਦੇਖੀ ਹੈ, ਸੋ ਅਜਵਾਇਣ ਨੂੰ ਤੁਸੀਂ ਚਾਹ 'ਚ ਪਾ ਸਕਦੇ ਹੋ। ਇਸ ਤੋਂ ਬਿਨਾਂ ਆਰਗੈਨੋ ਹੈ, ਇਹਨੂੰ ਰੋਟੀ ਸਬਜ਼ੀ ਬਣਾਉਣ ਲੱਗਿਆ ਉਹਦੇ 'ਚ ਪਾ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਦੇਖਿਆ ਕਿ ਤੁਲਸੀ ਦੀ ਵੀ ਇੱਕ ਸਪੈਸ਼ਲ ਵੈਰਾਈਟੀ ਦਿਖਾਈ ਹੈ, ਚਾਹ 'ਚ ਪਾ ਸਕਦੇ ਹੋ ਤੁਸੀਂ। ਇਸ ਤੋਂ ਬਿਨਾਂ ਸਰਪਗੰਧਾ ਹੈ, ਸਰਪਗੰਧੇ ਬਾਰੇ ਦੱਸਦਾ ਕਿ ਨਾ ਸਿਰਫ ਬੀਪੀ ਨੂੰ ਕੰਟਰੋਲ ਕਰਦਾ ਹੈ ਬਲਕਿ ਸੱਪ ਦੇ ਕੱਟੇ ਦੀ ਫਸਟ ਏਡ ਵੀ ਇਹ ਤੋਂ ਬਣਦੀ ਹੈ। ਸੋ ਕੋਸ਼ਿਸ਼ ਉਹ ਕੀਤੀ ਹੈ ਜਿਹੜੇ ਡੇਲੀ ਰੂਟੀਨ 'ਚ ਸਾਡੇ ਪੌਦੇ ਯੂਜ਼ ਹੋ ਸਕਦੇ ਨੇ ਉਹਨਾਂ ਨੂੰ ਲਗਾਈਏ। ਇਸੇ ਤਰ੍ਹਾਂ ਇੱਕ ਪੌਦਾ ਸੀ ਆਲ ਸਪਾਈਸਿਸ, ਉਹਦੇ ਵਿੱਚ ਕੀ ਹੈ, ਤੁਸੀਂ ਪੱਤਾ ਤੋੜੋ ਚਾਹ 'ਚ ਪਾਓ ਤਾਂ ਤੁਹਾਨੂੰ ਲੌਂਗ ਦਾ ਟੇਸਟ ਦੇਗਾ। ਸੋ ਉਹ ਪੌਦੇ ਜਿਹੜੇ ਰੂਟੀਨ 'ਚ ਵਰਤੇ ਜਾ ਸਕਦੇ ਨੇ, ਜਿਵੇਂ ਸਾਡੇ ਧਨੀਆ ਹੋ ਗਿਆ, ਮੇਥੀ ਹੋ ਗਈ, ਪਾਲਕ ਹੋ ਗਈ, ਇਹ ਸਾਰੀਆਂ ਚੀਜ਼ਾਂ ਰੂਟੀਨ 'ਚ ਅਸੀਂ ਯੂਜ਼ ਕਰ ਸਕਦੇ ਹਾਂ। ਔਰ ਲਾਉਣ ਲੱਗਿਆਂ ਕੋਸ਼ਿਸ਼ ਵੀ ਅਸੀਂ ਇਹ ਕੀਤੀ ਹੈ ਕਿ ਉਹ ਸਬਜ਼ੀਆਂ ਲਗਾਈਏ ਜਿਨ੍ਹਾਂ ਨੂੰ ਕਟਿੰਗ ਤੋਂ ਬਾਅਦ ਦੁਬਾਰਾ ਆ ਜਾਏ। ਜਿਵੇਂ ਐਗਜ਼ਾਮਪਲ ਦੇਵਾਂ ਕਿ ਮੈਂ ਗੋਭੀ ਲਾ ਲਾਂ ਤਾਂ ਉਹ ਇੱਕ ਫੁੱਲ ਆਇਆ ਤਾਂ ਉਹ ਗੱਲ ਨਹੀਂ ਬਣੇਗੀ, ਸੋ ਅਗਰ ਪਾਲਕ ਲਗਾਊਂਗਾ ਬਾਰ-ਬਾਰ ਕਟਿੰਗ ਆਏਗੀ, ਬਾਰ-ਬਾਰ ਉਹ ਤਿਆਰ ਹੋਏਗੀ। ਸੋ ਇਦਾਂ ਦੀਆਂ ਫਸਲਾਂ ਸਾਨੂੰ ਲਗਾਉਣੀਆਂ ਪੈਣਗੀਆਂ। ਸੋ ਬਹੁਤ ਅੱਛੇ ਨੁਕਤੇ ਤੁਹਾਨੂੰ ਕਿਸਾਨ ਵੀਰੋ ਡਾਕਟਰ ਸਾਹਿਬ ਸਾਂਝੇ ਤੁਹਾਡੇ ਨਾਲ ਕਰ ਰਹੇ ਆ ਕਿ ਇਹੋ ਜਿਹੇ ਪਲਾਂਟ ਅਸੀਂ ਲਗਾਈਏ ਜਿਹੜੇ ਸਾਡੇ ਰੂਟੀਨ ਦੇ ਵਿੱਚ, ਘਰ ਦੇ ਵਿੱਚ, ਸਬਜ਼ੀ ਦੇ ਵਿੱਚ, ਚਾਹ ਦੇ ਵਿੱਚ ਪਾ ਕੇ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕੀਏ। ਕਿਉਂਕਿ ਮਹਿੰਗੇ ਭਾਅ ਦੀਆਂ ਦਵਾਈਆਂ, ਜਦੋਂ ਅਸੀਂ ਕੋਈ ਇਹੋ ਜਿਹੀਆਂ ਚੀਜ਼ਾਂ ਨਹੀਂ ਵਰਤਦੇ ਨਾ, ਸਾਡਾ ਸਰੀਰ ਆ ਜਿਹੜਾ ਉਹ ਵਿਗੜ ਵੀ ਜਾਂਦਾ। ਤਾਂ ਫਿਰ ਅਸੀਂ ਜਾਂਦੇ ਹਾਂ ਡਾਕਟਰ ਕੋਲ, ਡਾਕਟਰ ਸਾਨੂੰ ਦਿੰਦੇ ਆ ਦਵਾਈਆਂ। ਕਿਉਂ ਨਾ ਅਸੀਂ ਦਵਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ, ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਘਰ ਦੇ ਵਿੱਚ ਇਹੋ ਜਿਹੇ ਉਪਰਾਲੇ ਕਰੀਏ ਜਿਹੋ ਜਿਹੇ ਡਾਕਟਰ ਸਾਹਿਬ ਨੇ ਆਪਣੇ ਘਰ ਦੇ ਵਿੱਚ ਕੀਤੇ ਹੋਏ ਆ। ਹਰ ਬੰਦਾ ਕਰ ਸਕਦਾ, ਇਹ ਨਹੀਂ ਹੈ ਕਿ ਅਸੀਂ ਨਹੀਂ ਕਰ ਸਕਦੇ। ਜੇ ਡਾਕਟਰ ਸਾਹਿਬ ਕਰ ਸਕਦੇ ਆ, ਉਹ ਵੀ ਛੱਤ ਦੇ ਉੱਤੇ ਕਰ ਸਕਦੇ ਆ। ਤੁਹਾਡੇ ਕੋਲ ਤਾਂ ਬੜੀ ਜਗ੍ਹਾ ਖੁੱਲ੍ਹੀ ਪਈ ਆ, ਆਪਣੇ ਮੋਟਰਾਂ ਦੇ ਉੱਤੇ ਉਹ ਸਾਰਾ ਕੁਝ ਲਗਾ ਸਕਦੇ ਹਾਂ। ਅਸੀਂ ਆਪਣੇ ਘਰ ਦੇ ਪਿਛਵਾੜੇ ਦੇ ਵਿੱਚ ਸਾਰਾ ਕੁਝ ਲਗਾ ਸਕਦੇ ਹਾਂ, ਜਿੱਥੇ ਸਾਰਾ ਸਾਡੀ ਖਾਲੀ ਜਗ੍ਹਾ ਪਈ ਆ ਉੱਥੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ ਕਾਫੀ ਮਿਹਨਤ ਕੀਤੀ ਆ, ਤੁਸੀਂ ਵੀ ਕਰ ਸਕਦੇ ਹੋ। ਡਾਕਟਰ ਸਾਹਿਬ ਨੌਜਵਾਨ ਸਾਡੇ ਪੰਜਾਬ ਦੇ ਜੀ ਪੜ੍ਹ ਲਿਖ ਕੇ ਸਿਰਫ ਕਣਕ ਤੇ ਝੋਨੇ ਵੱਲ ਨੂੰ ਜਾ ਰਹੇ ਆ ਜ਼ਿਆਦਾ, ਜੀ ਥੋੜ੍ਹਾ ਜਿਹਾ ਉਹਨਾਂ ਨੂੰ ਦੱਸੋ ਕਿ ਇਹੋ ਜਿਹੀਆਂ ਚੀਜ਼ਾਂ ਵੱਲ ਨੂੰ ਆਉਣ। ਉਹ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ। ਉਹਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਕਾਫੀ ਫਸਲਾਂ ਇਦਾਂ ਦੀਆਂ ਨੇ ਜਿਹੜੀ ਕਣਕ ਝੋਨੇ ਤੋਂ ਵੀ ਡਬਲ ਜਿਹੜੀ ਪੈਦਾਵਾਰ ਦਿੰਦੀਆਂ ਨੇ। ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਅਸੀਂ ਫੁੱਲ ਗੋਭੀ ਲਗਾਉਂਦੇ ਹਾਂ ਤਾਂ ਆਲਮੋਸਟ 5 ਰੁਪਏ ਕਿਲੋ ਹੋਲਸੇਲ ਜਾਂਦੀ ਹੈ। ਉਹੀ ਬਰੋਕਲੀ ਜਿਹੜੀ ਹੈ 20 ਰੁਪਏ ਘੱਟੋ ਘੱਟ ਜਾਂਦੀ ਹੈ। ਸੋ ਫਸਲ ਚੇਂਜ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਲੈਟਸ ਹੈ, ਲੈਟਸ ਜਿਹੜੀ ਹੈ ਕਾਫੀ ਕਾਸਟਲੀ ਜਾਂਦੇ ਹੈ। ਬਟ ਇਹਨਾਂ ਸਬਜ਼ੀਆਂ ਦੇ ਵਿੱਚ ਸਿਰਫ ਇੱਕ ਦਿੱਕਤ ਹੈ ਕਿ ਪਹਿਲਾਂ ਤੁਹਾਨੂੰ ਮਾਰਕੀਟ ਬਣਾਉਣੀ ਪਏਗੀ। ਔਰ ਫਗਵਾੜੇ ਵਰਗੇ ਸ਼ਹਿਰ ਦੀ ਮੈਂ ਗੱਲ ਕਰ ਲਾਂ ਤਾਂ ਸਭ ਤੋਂ ਪਹਿਲਾਂ ਇਹ ਜਿਹੜੇ ਫਸਲਾਂ ਸਾਡੇ ਕੋਲ ਤਿਆਰ ਹੋਈਆਂ, ਅਸੀਂ ਕਾਲਜ 'ਚ ਤਿਆਰ ਕੀਤੀਆਂ ਐਗਜ਼ੋਟਿਕ ਸਬਜ਼ੀਆਂ, ਅਸੀਂ ਫਗਵਾੜੇ ਦੇ ਯਾਰ ਰੇੜੀਆਂ 'ਤੇ ਲਿਆ ਕੇ ਦਿੱਤੀਆਂ। ਅੱਛਾ। ਉਹਦੇ ਵਿੱਚ ਇੱਕ ਸਪੈਸ਼ਲ ਕ੍ਰੌਪ ਸੀ ਪਕਚੋਈ। ਅੱਛਾ ਜੀ। ਔਰ ਇਹਦੀ ਖਾਸ ਗੱਲ ਕੀ ਸੀ ਕਿ ਮਿਨੀਮਮ ਕੈਲਰੀਜ਼ ਔਰ ਮੈਕਸਿਮਮ ਪ੍ਰੋਟੀਨਸ। ਔਰ ਜਿਸ ਤਰ੍ਹਾਂ ਰੇੜੀ 'ਤੇ ਗਈ ਹੈ ਨਾਲ ਦੀ ਨਾਲ ਲੋਕਾਂ ਨੇ ਉਹ ਖਰੀਦ ਲਈ ਹੈ। ਔਰ ਜੇ ਤੁਸੀਂ ਰੇਟ ਸੁਣੋਗੇ ਤਾਂ ਹੋਰ ਹੈਰਾਨ ਹੋਵੋਗੇ। ਮੈਂ ਉਹਨਾਂ ਨੂੰ 75 ਰੁਪਏ ਕਿਲੋ ਦਿੱਤੀ ਹੈ ਤੇ ਉਹਨਾਂ ਨੇ 120 ਰੁਪਏ ਕਿਲੋ ਮੇਰੇ ਸਾਹਮਣੇ ਵੇਚੀ। ਸੋ ਨੌਜਵਾਨਾਂ ਲਈ ਇਸ ਲਾਈਨ ਦੇ ਵਿੱਚ ਬਹੁਤ ਕੁਝ ਹੈ। ਡਾਕਟਰ ਸਾਹਿਬ ਸ਼ਹਿਰਾਂ ਦੇ ਵਿੱਚ, ਤੁਸੀਂ ਸ਼ਹਿਰ 'ਚ ਬੈਠੇ ਹੋ, ਬੜੀ ਵਧੀਆ ਤੁਸੀਂ ਆ ਘਰੇਲੂ ਬਗੀਚੀ ਲਗਾਈ ਹੋਈ ਹੈ। ਸ਼ਹਿਰਾਂ ਦੇ ਬੰਦੇ ਵੀ ਵਿਹਲੇ ਵੀ ਰਹਿੰਦੇ ਆ ਘਰੇ, ਕਈ ਵਾਰੀ ਲੇਡੀਜ਼ ਵੀ ਘਰ 'ਚ ਵਿਹਲੀਆਂ ਰਹਿੰਦੀਆਂ ਨੇ ਪਰ ਇਸ ਕੰਮ ਵੱਲ ਨੂੰ ਨਹੀਂ ਹੁੰਦੀਆਂ। ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸੁਨੇਹਾ ਦਿਓ ਕਿ ਇਹ ਜਿਹੜੀ ਘਰੇਲੂ ਬਗੀਚੀ ਆ ਬਹੁਤ ਫਾਇਦੇਮੰਦ ਆ, ਸਿਹਤ ਦੇ ਲਈ ਵੀ ਫਾਇਦੇਮੰਦ ਆ,
ਸਾਹ ਲੈਣਾ ਬਹੁਤ ਵਧੀਆ ਇਹੋ ਜੀ ਘਰੇਲੂ ਬਗੀਚੀ ਦੇ ਵਿੱਚ। ਸੋ ਥੋੜਾ ਜਿਹਾ ਉਹਨਾਂ ਨੂੰ ਵੀ ਪ੍ਰੇਰਿਤ ਕਰੀਏ। ਇੱਕ ਤਾਂ ਜਦੋਂ ਅਸੀਂ ਫੈਮਿਲੀ ਮਿਲ ਕੇ ਕੰਮ ਕਰਾਂਗੇ ਹਾਂਜੀ, ਉਹਦਾ ਆਨੰਦ ਹੀ ਅਲੱਗ ਹੈ। ਜਿੰਨੇ ਟੈਰੇਸਿਸ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਚੀਜ਼ਾਂ ਦੇ, ਅਸੀਂ ਵੰਡੇ ਹੋਏ ਨੇ। ਸੋ ਅਲੱਗ-ਅਲੱਗ ਜਣਾ ਅਲੱਗ-ਅਲੱਗ ਟੈਰੇਸਿਸ ਦੇਖ ਰਿਹਾ ਜੀ। ਸੋ ਸਾਨੂੰ ਅਸੀਂ ਨਾ ਤਾਂ ਕਿਸੇ ਦੇ ਕੰਮ 'ਚ ਦਖਲਅੰਦਾਜ਼ੀ ਕਰਦੇ ਉਹਨੇ ਉਹ ਬੂਟੇ ਸਾਹਮਣੇ ਉਹ ਆਪਣੇ ਸਾਂਭ ਰਿਹਾ, ਮੈਂ ਆਪਣੇ ਸਾਹਮਣੇ ਮੈਂ ਆਪਣੇ ਸਾਂਭ ਰਿਹਾ। ਅਸੀਂ ਵੰਡੇ ਹੋਏ ਨੇ, ਕੰਮ ਕਰ ਰਹੇ ਹਾਂ। ਦੂਜੀ ਚੀਜ਼ ਇਹ ਹੈ ਕਿ ਜਦੋਂ ਤੁਸੀਂ ਮਿਲ ਕੇ ਕੰਮ ਕਰਦੇ ਹੋ, ਮੈਂ ਇੱਕ ਐਗਜ਼ਾਮਪਲ ਦਿੰਦਾ, ਜਿੱਥੇ ਹੁਣ ਤੁਸੀਂ ਬੈਠੇ ਹੋ, ਸ਼ਾਮ ਵੇਲੇ ਜਦੋਂ ਠੰਡ ਆ, ਮਤਲਬ 4-5 ਵਜੇ ਥੋੜੀ ਧੁੱਪ ਹੈ, ਤੁਸੀਂ ਆਪਣੀ ਟੀ ਜਿਹੜੀ ਹੈ ਇੱਥੇ ਬਹਿ ਕੇ ਪੀਓ, ਉਹਦਾ ਆਨੰਦ ਹੀ ਅਲੱਗ ਹੈ। ਆਨੰਦ ਹੀ ਲੱਗ ਗਿਆ ਜੀ। ਸੋ ਸ਼ਾਮ ਦੇ ਵੇਲੇ ਜਦੋਂ ਤੁਸੀਂ ਥੱਕੇ ਹੋਏ ਆਪਣੇ ਆਫਿਸ ਤੋਂ ਆ ਰਹੇ ਹੋ, ਆਪਣੇ ਬੂਟਿਆਂ 'ਚ ਜਾਓ ਤਾਂ ਜਿਹੜੀ ਥਕਾਵਟ ਹੈ ਉਹ ਤੁਹਾਡੀ ਸਾਰੀ ਉਤਰ ਜਾਂਦੀ ਹੈ। ਹੁਣ ਮੈਂ ਆਪਣੀ ਬੇਟੀ ਹੈ, ਮੇਰੀ ਬੇਟੀ 6 ਸਾਲ ਦੀ ਹੈ, ਸੋ ਉਹਨੂੰ ਨਾਲ ਲਗਾਇਆ ਹੋਇਆ। ਜਿਹੜੇ ਤੁਸੀਂ ਬੌਨਸਾਈ ਦੇਖ ਰਹੇ ਹੋ, ਇਹਨਾਂ ਵਿੱਚ 1-2 ਬੌਨਸਾਈ ਨੇ ਜਿਹੜੇ ਉਹਨੇ ਬਣਾਉਣੇ ਸ਼ੁਰੂ ਕੀਤੇ ਨੇ। ਅੱਛਾ ਜੀ। ਸੋ ਜੇ ਉਹਨੂੰ ਹੁਣ ਮੈਂ ਟ੍ਰੇਨ ਕਰਾਂਗਾ ਤਾਂ ਅੱਗੇ ਉਹ ਇਹ ਸਾਰਾ ਕੁਝ ਸਿੱਖੇਗੀ। ਇੱਕ ਹੋਰ ਚੀਜ਼ ਦੱਸਦਾ ਕਿ ਉਹਨੂੰ ਇੰਨਾ ਕੁ ਸ਼ੌਂਕ ਹੈ, ਜੇ ਮੈਂ ਉਹਨੂੰ ਕਹਿੰਦਾ ਬੇਟਾ ਮੈਂ ਪਾਣੀ ਪਾਣ ਚੱਲਿਆ ਬੂਟਿਆਂ ਨੂੰ, ਤਾਂ ਉਹਨੇ ਸਾਰਾ ਕੁਝ ਛੱਡ ਕੇ ਨਾਲ ਤੁਰ ਪੈਣਾ ਕਿ ਪਾਪਾ ਮੈਂ ਵੀ ਚੱਲਦੀ ਹਾਂ। ਸੋ ਇਹ ਸ਼ੌਂਕ ਕ੍ਰੀਏਟ ਕਰਨਾ ਪਏਗਾ ਸਾਨੂੰ। ਇਹ ਸ਼ੌਂਕ ਜਿਹੜੀ ਆ ਅੱਜ ਦੀ ਜ਼ਰੂਰਤ ਹੈ, ਜਿੱਥੇ ਅਸੀਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਤਰ੍ਹਾਂ ਪੋਲਿਊਸ਼ਨ ਹੋ ਰਿਹਾ, ਔਰ ਇਹੀ ਪੌਦੇ ਨੇ ਜਿਹੜੇ ਪੋਲਿਊਸ਼ਨ ਨੂੰ ਰਿਡਿਊਸ ਕਰ ਸਕਦੇ ਨੇ। ਬੋਰਡ ਪਿੱਪਲ ਅਸੀਂ ਗਮਲਿਆਂ 'ਚ ਲਾਏ, ਨੋ ਡਾਊਟ ਬੌਨਸਾਈ ਦੀ ਬਹੁਤ ਵਧੀਆ ਲੁੱਕ ਦਿੰਦਾ, ਪਰ ਇਹ ਇਹੋ ਜਿਹੇ ਪੌਦੇ ਨੇ ਜਿਹੜੇ ਰਾਤ ਵੇਲੇ ਵੀ ਆਕਸੀਜਨ ਦਿੰਦੇ ਨੇ। ਸੋ ਜੇਕਰ ਅਸੀਂ ਆਪਣੇ ਆਸ-ਪਾਸ ਇਦਾਂ ਦੇ ਪੌਦੇ ਲਗਾਉਣੇ ਸ਼ੁਰੂ ਕਰ ਲਈਏ, ਨਾ ਸਿਰਫ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਕਰਾਂਗੇ, ਨਾ ਸਿਰਫ ਆਪਣੇ ਲਈ ਕੁਝ ਗੇਨ ਕਰਾਂਗੇ, ਬਲਕਿ ਕੁਦਰਤ ਨੂੰ ਵੀ ਬਹੁਤ ਕੁਝ ਦੇਵਾਂਗੇ। ਤੁਸੀਂ ਗਾਰਡਨ ਬਹੁਤ ਵਧੀਆ ਆਪਣੇ ਘਰ ਦੇ ਵਿੱਚ ਬਣਾਇਆ ਹੋਇਆ ਹੈ। ਬਹੁਤ ਅਸੀਂ ਦੇਖ ਰਹੇ ਹਾਂ, ਸਾਡੇ ਪਿੱਛੇ ਵੀ ਬੂਟੇ ਪਏ ਆ, ਪਰ ਮੈਨੂੰ ਲੱਗਦਾ ਵੀ ਘਰ ਤੋਂ ਤੁਹਾਨੂੰ ਦੂਰ ਨਹੀਂ ਇਹ ਜਾਣ ਦਿੰਦੇ ਹੋਣੇ, ਕਿਉਂਕਿ ਜੇ ਤੁਸੀਂ 2-4 ਦਿਨ ਘਰੋਂ ਬਾਹਰ ਰਹਿ ਗਏ ਤਾਂ ਇਹ ਤਾਂ ਗਏ ਜੀ। ਉਹਦਾ ਫਿਰ ਕੀ ਪ੍ਰਬੰਧ ਕਰਦੇ ਹੋ? ਉਹਦੇ ਵਿੱਚ ਅਸੀਂ ਇਦਾਂ ਕੀਤਾ ਹੋਇਆ ਹੈ ਕਿ ਸਪੈਸ਼ਲੀ ਜਿਹੜੇ ਕੈਕਟਸ ਤੇ ਸਕੂਲੈਂਟਸ ਅਸੀਂ ਲਗਾਏ ਨੇ, ਉਹਨਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੈ। ਤੁਸੀਂ ਹੈਰਾਨ ਹੋ ਜਾਓਗੇ ਕਿ ਮਹੀਨੇ ਬਾਅਦ 1-ਅੱਧੀ ਵਾਰ ਪਾਣੀ ਦੇਣਾ ਪੈਂਦਾ ਹੈ ਜੀ। ਫਲਦਾਰ ਬੂਟੇ ਜਿਹੜੇ ਜ਼ਿਆਦਾਤਰ ਸਾਡੇ ਜ਼ਮੀਨ 'ਚ ਲੱਗੇ ਹੋਏ ਨੇ, ਜਿਹੜੇ ਗਮਲਿਆਂ 'ਚ ਨੇ, ਉਹਨਾਂ ਨੂੰ ਅਸੀਂ ਕੀ ਕਰਦੇ ਹਾਂ ਕਿ ਬੋਟਲ ਰੱਖ ਜਾਂਦੇ ਹਾਂ, ਬੋਟਲ 'ਚ ਹੋਲ ਕੀਤਾ ਹੋਇਆ, ਉਹਦੇ 'ਚ ਪਾਣੀ ਪਾਇਆ। ਆਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਕਿ ਤੁਪਕਾ ਪਾਣੀ ਦਾ ਆਪਣੇ ਆਪ ਲੱਗਦਾ ਰਹਿੰਦਾ। ਸੋ ਘਰ ਵੀ ਜੇ ਤੁਸੀਂ 1-2 ਦਿਨ ਲਈ ਕਿਤੇ ਜਾਣਾ ਕਿਸਾਨ ਵੀਰੋ, ਤਾਂ ਕੋਈ ਚੱਕਰ ਨਹੀਂ ਆ। ਡਾਕਟਰ ਸਾਹਿਬ ਨੇ ਦੱਸਿਆ ਬੋਤਲ ਦੇ ਵਿੱਚ ਬਰੀਕ ਜੀ ਗਲੀ ਕਰਕੇ ਪਾਣੀ ਰੱਖ ਦਿਓ ਤੇ ਕੋਈ ਪ੍ਰੋਬਲਮ ਨਹੀਂ, ਸਮੱਸਿਆ ਨਹੀਂ ਆ। ਇਹ ਨਹੀਂ ਆ ਵੀ ਅਸੀਂ ਇਸ ਕਰਕੇ ਘਰ ਦੇ ਵਿੱਚ ਘਰੇਲੂ ਬਗੀਚੀ ਨਹੀਂ ਲਾਉਣੀ ਕਿ ਅਸੀਂ ਬਾਹਰ ਨਹੀਂ ਯਾਰ ਜਾ ਸਕਦੇ, ਕਿਤੇ ਅਸੀਂ ਰਿਸ਼ਤੇਦਾਰੀ 'ਚ ਮੈਰਿਜ ਤੇ ਨਹੀਂ ਜਾ ਸਕਦੇ ਜਾਂ ਕਿਤੇ ਹੋਰ ਨਹੀਂ ਜਾ ਸਕਦੇ। ਇਹੀ ਜੀ ਕੋਈ ਗੱਲ ਨਹੀਂ ਆ। 2-4 ਦਿਨ ਦੇ ਲਈ ਬੂਟੇ ਕਿਤੇ ਨਹੀਂ ਜਾਂਦੇ, ਕੁਝ ਨਹੀਂ ਹੁੰਦਾ, ਉਹਨਾਂ ਨੂੰ ਪਾਣੀ ਦੇ ਕੇ ਚਲੇ ਜਾਓ। ਜਾਂ ਫਿਰ ਜੇ ਕੋਈ ਜ਼ਿਆਦਾ ਹੀ ਇਹੋ ਜਿਹਾ ਬੂਟਾ ਤੁਹਾਨੂੰ ਲੱਗਦਾ ਵੀ ਇਹ ਪਾਣੀ ਜ਼ਿਆਦਾ ਮੰਗਦਾ, ਤਾਂ ਡਾਕਟਰ ਸਾਹਿਬ ਦੀ ਕਹਿਣ ਵਾਂਗੂ ਬੋਤਲ ਰੱਖ ਦਿਓ ਉਹਦੇ ਵਿੱਚ ਪਾਣੀ ਦੀ। ਸੋ ਡਾਕਟਰ ਸਾਹਿਬ ਬੜਾ ਅੱਛਾ ਤੁਹਾਡਾ ਇਹ ਮਾਹੌਲ ਇੱਥੇ ਤੁਸੀਂ ਆਪਣੇ ਬਣਾਇਆ ਹੋਇਆ। ਖਰਚਾ ਵੀ ਕਾਫੀ ਆ ਜਾਂਦਾ ਫਿਰ ਮੈਨੂੰ ਲੱਗਦਾ, ਹੈ ਨਾ? ਇੱਕ ਬੂਟੇ ਦੇ ਉੱਤੇ ਖਰਚਾ ਕਾਫੀ ਆਇਆ ਹੋਇਆ। ਸੋ ਕੀ ਕਹਿਣਾ ਚਾਹੋਗੇ, ਵੀ ਥੋੜਾ ਜਿਹਾ ਦੱਸੀਏ ਆਪਾਂ। ਦੇਖੋ, ਇਹਦੇ ਲਈ ਅਸੀਂ ਇੱਕ ਟਾਰਗੇਟ ਰੱਖ ਲਿਆ ਕਿ ਇਦਾਂ ਨਹੀਂ ਕਿ ਅੱਜ ਮੈਨੂੰ ਵਧੀਆ ਲੱਗਿਆ ਜਾਂ ਮੈਂ ਇਹ ਪ੍ਰੋਗਰਾਮ ਦੇਖ ਲਿਆ ਤੇ ਮੈਂ ਅੱਜ ਹੀ ਗਮਲੇ ਲੈਣ ਭੱਜਾਂ, ਨਹੀਂ। ਆਪਣਾ ਇੱਕ ਬਜਟ ਰੱਖ ਲਓ ਕਿ ਮੈਂ ਹਫਤੇ ਦੇ ਵਿੱਚ ਜਾਂ ਮਹੀਨੇ 'ਚ ਇੰਨੇ ਕੁ ਪੈਸੇ ਬੂਟਿਆਂ 'ਤੇ ਖਰਚਣੇ ਆ। ਉਹ ਜਦੋਂ ਤੁਸੀਂ ਖਰਚਣਾ ਸ਼ੁਰੂ ਕਰੋਗੇ, ਆਪਣੇ ਆਪ ਇੱਕ ਇੱਦਾਂ ਦੀ ਬਗੀਚੀ ਤੁਹਾਡੇ 'ਤੇ ਤਿਆਰ ਹੋ ਜਾਏਗੀ, ਔਰ ਨਾ ਤੁਹਾਡੇ 'ਤੇ ਬਰਡਨ ਪਏਗਾ ਕਿ ਮੇਰਾ ਖਰਚਾ ਬਹੁਤ ਹੋ ਗਿਆ। ਸੋ ਅਸੀਂ ਜਦੋਂ ਵੀ ਘੁੰਮਣ ਜਾਈਦਾ, ਹੁਣ ਰੀਸੈਂਟਲੀ ਅਸੀਂ ਜਦੋਂ ਸੋਲਨ ਗਏ ਆ, ਤਾਂ ਰਸਤੇ ਦੇ ਵਿੱਚ ਸਾਨੂੰ ਗਮਲੇ ਮਿਲੇ, ਉਸ ਘੱਟ ਰੇਟ 'ਤੇ ਮਿਲੇ, ਤਾਂ ਅਸੀਂ ਉਹ ਗਮਲੇ ਗੱਡੀ 'ਚ ਰੱਖ ਲਏ। ਸੋ ਉਹਦੇ ਨਾਲ ਕੀ ਹੋਇਆ ਕਿ ਇੱਕ ਤਾਂ ਜਿਹੜਾ ਲੋਕਲ ਅਸੀਂ ਲੈਣਾ ਸੀ ਉਹ ਖਰਚਾ ਸਾਡਾ ਘਟਿਆ, ਦੂਜਾ ਕਿ ਉਹਦੀ ਸ਼ੇਪ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਸ ਤਰ੍ਹਾਂ ਦੀ ਅਸੀਂ ਲੈ ਲਈਦੀ ਹੈ। ਇੱਕ ਕੋਸ਼ਿਸ਼ ਇਹ ਵੀ ਕਰਦੇ ਹਾਂ ਕਿ ਜਦੋਂ ਅਸੀਂ ਬੂਟੇ ਸਿਲੈਕਟ ਕਰਨੇ ਆ ਤਾਂ ਉਹ ਕਰੀਏ ਜਿਨ੍ਹਾਂ ਨੂੰ ਜ਼ਿਆਦਾ ਮੇਨਟੇਨੈਂਸ ਦੀ ਲੋੜ ਨਾ ਹੋਵੇ। ਜਿਹੜੇ ਤੁਸੀਂ ਬੌਨਸਾਈ ਮੈਕਸਿਮਮ ਦੇਖ ਰਹੇ ਹੋ, ਉਹ ਕਿਹੜੇ ਨੇ ਜਿਨ੍ਹਾਂ ਨੂੰ ਪਾਣੀ ਘੱਟ ਚਾਹੀਦਾ। ਜੇ ਸਪੋਜ਼ ਮੈਂ 15-20 ਦਿਨ ਪਾਣੀ ਨਾ ਵੀ ਦੇਵਾਂ ਤਾਂ ਇਹ ਪੌਦੇ ਨੇ ਜਿਹੜੇ ਕੱਟ ਸਕਦੇ ਨੇ, ਬਟ ਗਰਮੀਆਂ ਦੇ ਵਿੱਚ ਹਫਤੇ ਦੇ ਵਿੱਚ ਇਹਨਾਂ ਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੋਏਗਾ। ਸੋ ਇਹ ਪੌਦਿਆਂ ਦੀ ਸਿਲੈਕਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਇਸ ਘਰੇਲੂ ਬਗੀਚੀ ਨੂੰ ਅਸੀਂ ਆਪਣੀ ਇਨਕਮ ਦਾ ਸੋਰਸ ਵੀ ਬਣਾ ਸਕਦੇ ਹਾਂ। ਕਿ ਜਿਹੜੇ ਜਿਵੇਂ ਤੁਸੀਂ ਬੌਨਸਾਈ ਬਣਾਏ ਹੋਏ ਨੇ ਜੀ, ਪੁਰਾਣੇ ਬੂਟੇ ਜਿਹੜੇ ਉਹਨਾਂ ਨੂੰ ਗਮਲਿਆਂ ਦੇ ਵਿੱਚ ਲਾ ਕੇ ਕਾਫੀ ਲੰਬਾ ਸਮਾਂ ਉਹਨਾਂ ਦੀ ਮੇਨਟੇਨੈਂਸ ਕੀਤੀ ਹੈ, ਤਾਂ ਕਾਫੀ ਮਹਿੰਗੇ ਵਿਕਦੇ ਹੋਣਗੇ। ਤੇ ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਇਹ ਵੀ ਆਪਾਂ ਦੱਸੀਏ ਕਿ ਜੇ ਅਸੀਂ ਬੌਨਸਾਈ ਬਣਾਉਣੇ ਸ਼ੁਰੂ ਕਰ ਦਈਏ ਘਰ ਦੇ ਵਿੱਚ, ਕੋਈ ਇੰਨੀ ਜ਼ਿਆਦਾ ਲੰਬੀ ਚੌੜੀ ਮਿਹਨਤ ਨਹੀਂ ਹੈਗੀ ਵੀ ਜੇ ਅੱਧਾ ਘੰਟਾ ਡੇਲੀ ਦੇ ਲਿਆ
ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਸਾਡੀ ਇਨਕਮ ਤਾਂ ਵੱਧਦੀ ਹੈ ਨਾ। ਕੀ ਕਹਿਣਾ, ਕਿੰਨੇ ਕੁ ਦਾ ਤੁਹਾਡਾ ਪਲਾਂਟ ਹੋਊਗਾ ਜਿਹੜਾ ਤੁਸੀਂ ਤੁਹਾਡੇ ਘਰ ਦੇ ਵਿੱਚ ਰੱਖੇ ਹੋਏ ਨੇ? ਆਈਡੀਆ ਦਿਓ। ਦੇਖੋ ਬੌਨਸਾਈ ਦੀ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਹੈ ਉਹਦੇ ਵਿੱਚ ਥੋੜਾ ਜਿਹਾ ਧਿਆਨ ਰੱਖਣ ਵਾਲੀ ਚੀਜ਼ ਹੈ। ਉਹ ਕੀ ਹੈ ਕਿ ਅੱਜ ਕਈ ਕੰਪਨੀਆਂ ਜਿਹੜੀਆਂ ਨੇ ਬੌਨਸਾਈ ਦਾ ਬੀਜ ਕਹਿ ਕੇ ਵੇਚ ਰਹੀਆਂ ਨੇ, ਅੱਛਾ, ਜਦ ਕਿ ਬੌਨਸਾਈ ਦਾ ਕੋਈ ਬੀਜ ਨਹੀਂ ਹੁੰਦਾ ਜੀ। ਬਿਲਕੁਲ, ਤੁਸੀਂ ਆਨਲਾਈਨ ਕਈ ਕੰਪਨੀਆਂ ਚੈੱਕ ਕਰੋਗੇ ਬੀਜ ਵੇਚ ਰਹੀਆਂ ਨੇ। ਅੱਛਾ, ਬੌਨਸਾਈ ਲਈ ਤੁਸੀਂ ਕੋਈ ਵੀ ਪੌਦਾ ਸਿਲੈਕਟ ਕਰ ਸਕਦੇ ਹੋ। ਸਭ ਤੋਂ ਸੌਖਾ ਤਰੀਕਾ ਜਿਹਦੇ ਲਈ ਛੇਤੀ ਬੌਨਸਾਈ ਤਿਆਰ ਕਰ ਸਕਦੇ ਹੋ ਤੁਸੀਂ, ਉਹ ਕੀ ਹੈ ਕਿ ਕੰਧਾਂ ਦੇ ਵਿੱਚ ਬੋਰਡ ਪੀਪਲ ਉੱਗ ਜਾਂਦੇ ਨੇ, ਹਾਂ, ਉਹਨਾਂ ਨੂੰ ਲੋਕੀ ਵੱਢਦੇ ਰਹਿੰਦੇ ਨੇ। ਹਾਂ, ਉਹ ਜਿਹੜੇ ਵੱਢਦੇ ਨੇ ਬਾਰ-ਬਾਰ, ਕਈ ਵਾਰ ਉਹਦੀ ਨੈਚੁਰਲੀ ਲੁੱਕ ਜਿਹੜੀ ਆ ਦਰਖਤ ਵਾਲੀ ਬਣ ਜਾਂਦੀ ਹੈ। ਸੋ ਤੁਸੀਂ ਉਹਦੇ ਤੋਂ ਕੱਢ ਕੇ ਬਰਸਾਤਾਂ ਦੇ ਵਿੱਚ ਉਹਨੂੰ ਲਗਾ ਲਓ ਤਾਂ ਤੁਹਾਨੂੰ ਬਹੁਤ ਛੇਤੀ ਬੌਨਸਾਈ ਮਿਲ ਸਕਦਾ ਹੈ। ਨਹੀਂ ਤਾਂ ਇਹ ਜਿਹੜੇ ਪੌਦੇ ਨੇ 10-10 20-20 ਸਾਲ ਵੀ ਲਾਣੇ ਪੈਂਦੇ ਨੇ ਤਿਆਰ ਕਰਨ ਲਈ। ਔਰ ਇਹ ਪੌਦੇ ਦੀ ਰੇਟ ਜੇ ਮੈਂ ਗੱਲ ਕਰ ਲਾਂ 1000 ਰੁਪਏ ਤੋਂ ਸ਼ੁਰੂ ਹੋ ਕੇ 20-20 25-25 ਹਜ਼ਾਰ ਤੱਕ ਵੀ ਹੈ। ਬਹੁਤ ਅੱਛੀ ਗੱਲ ਹੈ ਜੀ। ਦੇਖੋ ਕਿਸਾਨ ਵੀਰੋ, ਕੰਧ ਚੋਂ ਕੱਢਿਆ ਹੋਇਆ ਬੋਰਡ ਜੇ ਅਸੀਂ ਗਮਲੇ ਦੇ ਵਿੱਚ ਲਾ ਕੇ ਉਹਨੂੰ ਮੇਨਟੇਨ ਕਰਕੇ ਉਹਨੂੰ ਵੇਚਣਾ ਚਾਹਾਂਗੇ ਤਾਂ ਡਾਕਟਰ ਸਾਹਿਬ ਨੇ ਕੀਮਤ ਦੱਸ ਹੀ ਦਿੱਤੀ ਹੈ, ਤੁਸੀਂ ਹੈਰਾਨ ਹੋ ਜਾਵੋਗੇ। 10-10 15-15 ਹਜ਼ਾਰ ਦਾ। ਸੋ ਥੋੜ੍ਹਾ ਜਿਹਾ ਆਪਾਂ ਇਸ ਪਾਸੇ ਨੂੰ ਆਈਏ, ਘਰੇਲੂ ਬਗੀਚੀ ਵੱਲ ਆਪਣਾ ਧਿਆਨ ਦਈਏ ਤਾਂ ਕਿ ਸਾਡੀ ਜਿਹੜੀ ਪ੍ਰਕਿਰਤੀ ਹੈ ਉਹਦੇ ਵਿੱਚ ਰਹਿ ਕੇ ਅਸੀਂ ਆਪਣਾ ਜੀਵਨ ਬਸਰ ਕਰੀਏ। ਲਾਈਫ ਬਹੁਤ ਛੋਟੀ ਹੈ ਕਿਸਾਨ ਵੀਰੋ, ਇਹਨੂੰ ਆਪਾਂ ਮਾਣੀਏ, ਇਹਨੂੰ ਖੁਸ਼ੀ ਮਾਣੀਏ, ਇਹਨੂੰ ਆਨੰਦ ਮਾਣੀਏ ਇਹਦੇ ਵਿੱਚ ਪੂਰਾ। ਸੋ ਆਪਾਂ ਘਰੇਲੂ ਬਗੀਚੀ ਵੱਲ ਨੂੰ ਵਧੀਏ। ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਕਿਸਾਨ ਵੀਰਾਂ ਨੂੰ ਆਪਾਂ ਘਰੇਲੂ ਬਗੀਚੀ ਸੰਬੰਧੀ ਤੁਹਾਡੇ ਵੱਲੋਂ ਕੋਈ ਕਮੀਆਂ ਪੇਸ਼ੀਆਂ ਕਿਸਾਨ ਵੀਰਾਂ ਨੂੰ ਦੱਸੋ, ਜੇ ਕੋਈ ਇਹਦੇ ਵਿੱਚ ਆਉਂਦੀਆਂ ਨੇ, ਜਾਂ ਕੋਈ ਟਿਪਸ ਹੋਰ ਦੇਣਾ ਚਾਹੋਗੇ ਤਾਂ ਉਹ ਜ਼ਰੂਰ ਦਿਓ। ਸਪੈਸ਼ਲੀ ਜਿਹੜਾ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਸਾਡੇ ਗਮਲੇ ਨੇ ਉਹਨਾਂ ਦੇ ਨੀਚੇ ਸਟੈਂਡ ਸਾਨੂੰ ਰੱਖਣੇ ਪੈਣਗੇ, ਕਿਉਂਕਿ ਫਰਸ਼, ਜੇਕਰ ਮੇਰੇ ਘਰ ਤਾਂ ਤੁਸੀਂ ਦੇਖ ਰਹੇ ਹੋ ਟਾਈਲਾਂ ਲੱਗੀਆਂ ਹੋਈਆਂ ਨੇ, ਪਰ ਕਈ ਜਗ੍ਹਾ ਇੱਟਾਂ ਲੱਗੀਆਂ ਹੋਈਆਂ ਨੇ। ਜੀ ਜੀ। ਅਗਰ ਅਸੀਂ ਇੱਟਾਂ ਦੇ ਉੱਤੇ ਗਮਲੇ ਰੱਖਾਂਗੇ ਤਾਂ ਉਹ ਜਿਹੜਾ ਪਾਣੀ ਹੈ ਉਹ ਸਾਡੇ ਜਿਹੜਾ ਟੌਪ ਦਾ ਛੱਤ ਹੈ ਉਹਦੇ ਰਾਹੀਂ ਸਾਡੇ ਘਰ ਅੰਦਰ ਐਂਟਰ ਹੋਏਗਾ, ਛੱਤ ਨੂੰ ਖਰਾਬ ਕਰੇਗਾ। ਸੋ ਇਸ ਕਰਕੇ ਉਹਦੇ ਤੋਂ ਬਚਣ ਲਈ ਨੀਚੇ ਸਟੈਂਡ ਰੱਖ ਲੈਣੇ ਚਾਹੀਦੇ ਆ। ਸੋ ਉਹਦੇ ਨਾਲ ਵੀ ਸਾਡੇ ਜਿਹੜੇ ਹੈਗੇ ਆ ਛੱਤ ਖਰਾਬ ਨਹੀਂ ਹੋਏਗੀ। ਤੁਸੀਂ ਜਦੋਂ ਮੇਰੇ ਸਬਜ਼ੀਆਂ ਦੇਖ ਰਹੇ ਹੋ ਤਾਂ ਉਹਨਾਂ ਦੇ ਥੱਲੇ ਇੱਟਾਂ ਰੱਖ ਕੇ ਟਾਈਲ ਰੱਖੀ ਹੋਈ ਹੈ, ਸੋ ਉਹਨੂੰ ਛੱਤ ਤੋਂ ਉੱਚਾ ਚੱਕ ਲਿਆ ਗਿਆ। ਸੋ ਇਸ ਤਰ੍ਹਾਂ ਤੁਸੀਂ ਆਪਣਾ ਛੱਤਾਂ ਬਚਾ ਕੇ ਪੌਦੇ ਲਗਾ ਸਕਦੇ ਹੋ। ਔਰ ਮੈਂ ਕਹਿੰਦਾ ਅੱਜ ਦੀ ਜ਼ਰੂਰਤ ਹੈ ਇਹ ਕਿ ਅਸੀਂ ਇਹ ਲਗਾਈਏ ਤੇ ਆਪਣੇ ਵਾਤਾਵਰਨ ਨੂੰ ਵੀ ਸਾਫ਼ ਰੱਖੀਏ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੀਏ। ਸੋ ਕਿਸਾਨ ਵੀਰੋ, ਦੇਖੋ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਘਰੇਲੂ ਬਗੀਚੀ ਘਰ ਦੇ ਵਿੱਚ ਲਾਈ ਹੈ, ਇੰਜੋਏ ਕਰ ਰਹੇ ਆ, ਕੋਈ ਮਜਬੂਰੀ ਨਹੀਂ ਹੈ, ਇੰਜੋਏ ਕਰ ਰਹੇ ਆ। ਸੋ ਸਾਰਾ ਪਰਿਵਾਰ ਇੰਜੋਏ ਕਰ ਰਿਹਾ ਆ। ਸੋ ਆਪਾਂ ਵੀ ਆਪਣੇ ਘਰ ਦੇ ਵਿੱਚ ਇਹੋ ਜਿਹੀ ਘਰੇਲੂ ਬਗੀਚੀ ਲਗਾਈਏ, ਨਾਲੇ ਤਾਂ ਸਾਡਾ ਸਮਾਂ ਪਾਸ, ਨਾਲੇ ਸਾਡੀ ਲਾਈਫ ਆ ਜਿਹੜੀ ਉਹ ਬਹੁਤ ਤੰਦਰੁਸਤ ਤੇ ਵਧੀਆ ਬੀਤੂਗੀ। ਸੋ ਡਾਕਟਰ ਜੁਝਾਰ ਸਿੰਘ ਹੁਣਾਂ ਦਾ ਇੰਨੀ ਜਾਣਕਾਰੀ ਦੇਣ ਲਈ ਆਪਾਂ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਧੰਨਵਾਦ।